ਵਾਹਿਗੁਰੂ 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 ਵਾਹਿਗੁਰੂ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰ ਪ੍ਰਸਾਦ। ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੇ ਕਬਹੂ ਨ ਛਾੜੈ ਖੇਤ। ਗੁਰੂ ਪਿਆਰੀ ਸਾਧ ਸੰਗਤ ਜੀਓ, ਅੱਜ ਅਸੀਂ ਨੌਵੀਂ ਜੋਤ ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜੀਵਨ ਅਤੇ ਉਹਨਾਂ ਦੀ ਸ਼ਹਾਦਤ ਦੇ ਉੱਪਰ ਕੁਝ ਵਿਚਾਰਾਂ ਸਾਂਝੀਆਂ ਕਰਨ ਜਾ ਰਹੇ ਹਾਂ। ਵਿਚਾਰਾਂ ਪ੍ਰਾਰੰਭ ਕਰਨ ਤੋਂ ਪਹਿਲਾਂ ਗੁਰੂ ਪਾਤਸ਼ਾਹ ਜੀ ਦੀ ਬਖਸ਼ੀ ਹੋਈ ਫਤਿਹ ਨਾਲ ਸਾਂਝ ਪਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਅਤੇ ਮਾਤਾ ਨਾਨਕੀ ਜੀ ਦੇ ਸਭ ਤੋਂ ਛੋਟੇ ਸਾਹਿਬਜ਼ਾਦੇ ਸਨ। ਆਪ ਜੀ ਦਾ ਜਨਮ 1 ਅਪ੍ਰੈਲ 1621 ਈਸਵੀ ਨੂੰ ਗੁਰੂ ਕੇ ਮਹਿਲ ਵਿਖੇ ਹੋਇਆ। ਆਪ ਜੀ ਛੋਟੀ ਅਵਸਥਾ ਦੇ ਵਿੱਚ ਹੀ ਉਸ ਪੂਰਨ ਪ੍ਰਭੂ ਦੇ ਨਾਲ ਇਕਜੁੱਟ ਸਨ। ਗੁਰੂ ਪਾਤਸ਼ਾਹ ਜੀ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪ ਜੀ ਦੀ ਤਾਲੀਮ ਦਾ ਖਾਸ ਪ੍ਰਬੰਧ ਕੀਤਾ। ਆਪ ਜੀ ਨੂੰ ਉੱਚ ਕੋਟि ਦੀ ਸਿੱਖਿਆ ਜੋ ਹੈ ਉਹ ਦਵਾਈ ਗਈ। ਇਸ ਦੇ ਨਾਲ ਨਾਲ ਹੀ ਸ਼ਸਤਰ ਵਿਦਿਆ, ਘੋੜ ਸਵਾਰੀ, ਇਹਦੇ ਵਿੱਚ ਵੀ ਆਪ ਜੀ ਨਿਪੁੰਨ ਹੋ ਗਏ ਤੇ ਤੇਗ ਚਲਾਉਣ ਦੇ ਤਾਂ ਆਪ ਜੀ ਧਨੀ ਸਨ। ਕੁਝ ਇਤਿਹਾਸਕਾਰ ਲਿਖਦੇ ਨੇ ਕਿ ਗੁਰੂ ਤੇਗ ਬਹਾਦਰ ਜੀ ਦਾ ਜੋ ਪਹਿਲਾ ਨਾਂ ਸੀ ਉਹ ਤੇਗਮੱਲ ਸੀਗਾ, ਪਰ ਇਹਨਾਂ ਦੇ ਤੇਗ ਦੇ ਜੋ ਜੋਹਰ ਨੇ ਜਦੋਂ ਜੰਗ ਦੇ ਵਿੱਚ ਦਿਖਾਏ ਸਨ ਤੇ ਗੁਰੂ ਪਿਤਾ ਜੀ ਨੇ ਖੁਸ਼ ਹੋ ਕੇ ਆਪ ਜੀ ਦਾ ਨਾਮ ਜੋ ਹੈ ਉਹ ਗੁਰੂ ਤੇਗ ਬਹਾਦਰ ਭਾਵ ਕਿ ਤੇਗ ਬਹਾਦਰ ਜੀ ਰੱਖਿਆ ਕਿ ਤੇਗ ਦੇ ਬਹਾਦਰ, ਤੇਗ ਦੇ ਧਨੀ। ਸੋ ਗੁਰੂ ਤੇਗ ਬਹਾਦਰ ਜੀ ਜਿਨ੍ਹਾਂ ਦਾ ਜੀਵਨ ਬੜਾ ਸਾਦਾ ਸੀ, ਬੜਾ ਸਧਾਰਨ ਸੀ, ਜਦੋਂ ਗੁਰੂ ਪਿਤਾ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਇਸ ਸੰਸਾਰ ਤੋਂ ਗਏ ਨੇ ਤੇ ਉਹਨਾਂ ਨੇ ਆਪ ਜੀ ਦੇ ਲਈ ਹੁਕਮ ਕੀਤਾ ਸੀ ਕਿ ਆਪ ਜੀ ਆਪਣੇ ਨਾਨਕੇ ਪਿੰਡ ਬਕਾਲੇ ਵਿਖੇ ਜਾ ਕੇ ਉੱਥੇ ਗ੍ਰਹਿਸਥ ਧਰਮ ਦੇ ਜੋ ਫਰਜ਼ ਨੇ ਉਹਨਾਂ ਨੂੰ ਨਿਭਾਓ। ਤੇ ਗੁਰੂ ਤੇਗ ਬਹਾਦਰ ਜੀ ਆਪਣੇ ਮਹਿਲ ਮਾਤਾ ਗੁਜਰੀ ਜੀ ਤੇ ਆਪਣੇ ਮਾਤਾ ਨਾਨਕੀ ਜੀ ਦੇ ਨਾਲ ਆਪਣੇ ਪਿੰਡ ਨਾਨਕੇ ਪਿੰਡ ਬਕਾਲੇ ਵਿਖੇ ਆ ਗਏ। और जो 8वें पातशाह ने गुरु हरकृष्ण साहिब सच्चे पातशाह जी ਜਦੋਂ ਉਹ ਇਸ ਸੰਸਾਰ ਤੋਂ ਚਲਾਨਾ ਕਰਦੇ ਨੇ ਦਿੱਲੀ ਵਿਖੇ ਲੋਕਾਂ ਦੀ ਸੇਵਾ ਕਰਦਿਆਂ ਹੋਇਆਂ, ਦੁਨੀਆ ਦੇ ਉੱਤੇ ਬਿਰਤ ਪਰਉਪਕਾਰ ਕਰਦਿਆਂ ਹੋਇਆਂ, ਤੇ ਉਹਨਾਂ ਨੇ ਇਹ ਬਚਨ ਕਹੇ ਸੀ ਕਿ ਬਾਬਾ ਬਕਾਲੇ ਭਾਵ ਕਿ ਹੁਣ ਜੋ ਗੱਦੀ ਦਾ ਵਾਰਿਸ ਹੈ ਉਹ ਬਕਾਲੇ ਵਿਖੇ ਵਸਦਾ ਹੈ ਤੇ ਬਕਾਲੇ ਵਿਖੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਸਨ। ਬੇਸ਼ੱਕ ਦੁਨੀਆ ਨੂੰ ਬੇਵਕੂਫ ਬਣਾਉਣ ਵਾਸਤੇ ਆਪੂ ਬਣੇ ਗੁਰੂਆਂ ਨੇ, ਆਪੂ ਹੀ ਆਪਣੇ ਆਪ ਨੂੰ ਗੁਰੂ ਕਹਿਲਾਉਣ ਵਾਲਿਆਂ ਨੇ ਤਰ੍ਹਾਂ ਤਰ੍ਹਾਂ ਦੀਆਂ ਗੱਦੀਆਂ ਲਾ ਕੇ ਇਹ ਵੀ ਕਿਹਾ ਜਾਂਦਾ ਹੈ ਕਿ 22 ਜੋ ਗੱਦੀਆਂ ਨੇ ਉਹ ਬਕਾਲੇ ਵਿਖੇ ਲੱਗ ਗਈਆਂ ਸਨ। ਜਿੰਨੇ ਵੀ ਗੁਰੂ ਘਰ ਦੇ ਵਿਰੋਧੀ ਸਨ, ਚਾਹੇ ਉਹ ਪ੍ਰਿਥਵੀ ਦੀ ਔਲਾਦ ਸੀ, ਚਾਹੇ ਉਹ ਧੀਰਮਲ ਸੀ, ਉਹ ਸਾਰਿਆਂ ਨੇ ਆਪਣੇ ਆਪਣੇ ਆਪ ਨੂੰ ਕਿ ਅਸੀਂ ਇਸ ਵਸ਼ ਵਿੱਚੋਂ ਹੋਣ ਕਰਕੇ ਅਸੀਂ ਹੀ ਗੁਰੂ ਹਾਂ,
ਤੇ ਲੋਕਾਂ ਨੂੰ ਬੇਵਕੂਫ ਬਣਾਉਣਾ ਸ਼ੁਰੂ ਕਰ ਦਿੱਤਾ ਸੀ। ਪਰ ਜੋ ਰੱਬੀ ਜੋਤ ਸੀ, ਜੋ ਨਿਰੰਕਾਰੀ ਜੋਤ ਸੀ, ਜੋ ਗੁਰੂ ਨਾਨਕ ਸਾਹਿਬ ਜੀ ਤੋਂ ਚਲਦੀ ਚਲਦੀ 8ਵੇਂ ਗੁਰੂ ਤੱਕ ਪਹੁੰਚੀ ਸੀ, ਉਹ ਜੋਤ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵਿੱਚ ਜੋ ਜਗਮਗ ਕਰ ਰਹੀ ਸੀ, ਜਦੋਂ ਮੱਖਣ ਸਾਹ ਨੇ, ਲੁਬਾਣੇ ਨੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਵਿੱਚ ਉਹ ਜੋ ਰੱਬੀ ਗੁਣ ਦੇਖੇ ਸਨ, ਤਾਂ ਉਹ ਜਗਤ ਪ੍ਰਸਿੱਧ ਹੋ ਗਏ। ਉਹਨਾਂ ਨੇ ਕੋਠੇ ਤੇ ਚੜ੍ਹ ਕੇ ਹੋਕਾ ਦਿੱਤਾ ਕਿ ਜੋ ਜਗਤ ਦਾ ਮਾਲਕ ਹੈ, ਜੋ ਗੁਰੂ ਹੈ, ਗੁਰੂ ਲਾਧੋ ਹੈ। ਸੋ ਇਸ ਤਰੀਕੇ ਦੇ ਨਾਲ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਜਦੋਂ ਗੁਰਤਾ ਦੀ ਜ਼ਿੰਮੇਵਾਰੀ ਸੰਭਾਲੀ, ਤਾਂ ਉਸ ਸਮੇਂ ਪੰਥ ਨੂੰ ਇੱਕ ਸੁਰ ਕਰਨ ਵਾਸਤੇ ਔਰ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਆਪ ਜੀ ਨੇ ਪ੍ਰਚਾਰਕ ਦੌਰੇ ਕੀਤੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਬਾਅਦ ਬੇਸ਼ੱਕ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਵੀ ਪ੍ਰਚਾਰਕ ਫੇਰੀਆਂ ਕੀਤੀਆਂ ਸਨ, ਤੇ ਹੁਣ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪ੍ਰਚਾਰਕ ਦੌਰੇ ਨੇ ਜੋ ਉਹ ਸ਼ੁਰੂ ਕੀਤੇ। ਗੁਰੂ ਸਾਹਿਬ ਗੁਰੂ ਬਣਨ ਤੋਂ ਪਹਿਲਾਂ ਵੀ ਪੂਰਬ ਵੱਲ ਯੂਪੀ ਦੇ ਇਲਾਕਿਆਂ 'ਚ, ਪਟਨੇ 'ਚ ਕਈ ਵਾਰੀ ਸਿੱਖੀ ਦੇ ਪ੍ਰਚਾਰ ਦੇ ਲਈ ਆ ਚੁੱਕੇ ਸਨ, ਤੇ ਥਾਂ ਥਾਂ ਉੱਤੇ ਲੋਕਾਂ ਨੂੰ ਸਿੱਖੀ ਦੇ ਬਾਰੇ ਜਾਣੂ ਕਰਵਾਇਆ ਸੀ। ਲੋਕਾਂ ਦੇ ਵਹਿਮਾਂ ਭਰਮਾਂ ਨੂੰ, ਕਰਮ ਕਾਂਡਾਂ ਨੂੰ, ਜੋ ਉਹਨਾਂ ਵਿੱਚ ਉਸ ਸਮੇਂ ਗਿਰਾਵਟਾਂ ਆ ਚੁੱਕੀਆਂ ਸਨ, ਉਹਨਾਂ ਨੂੰ ਦੂਰ ਕਰਨ ਵਾਸਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਬੇਅੰਤ ਯਤਨ ਕੀਤੇ, ਲੋਕਾਂ ਨੂੰ ਸੱਚ ਦੇ ਨਾਲ ਜੋੜਿਆ, ਸੱਚ ਦਾ ਹੋਕਾ ਦਿੱਤਾ। ਤੇ ਹੁਣ ਗੁਰੂ ਬਣਨ ਤੋਂ ਬਾਅਦ ਵੀ ਗੁਰੂ ਪਾਤਸ਼ਾਹ ਜੀ ਆਪਣੇ ਪ੍ਰਚਾਰਕ ਦੌਰਿਆਂ ਤੇ ਗਏ, ਤੇ ਉਹਨਾਂ ਨੇ ਜੋ ਹਕੂਮਤ ਜ਼ੁਲਮ ਕਰ ਰਹੀ ਸੀ, ਅਨਿਆਂ ਕਰ ਰਹੀ ਸੀ, ਅਤਿਆਚਾਰ ਕਰ ਰਹੀ ਸੀ, ਉਹਦੇ ਪ੍ਰਤੀ ਵੀ ਲੋਕਾਂ ਨੂੰ ਜਾਗਰੂਕ ਕੀਤਾ, ਲੋਕਾਂ ਦੇ ਅੰਦਰ ਅਣਖ ਭਰੀ, ਉਹਨਾਂ ਨੂੰ ਆਜ਼ਾਦੀ ਦਾ ਜੋ ਹੈ ਉਹ ਅਹਿਸਾਸ ਕਰਵਾਇਆ, ਤੇ ਆਜ਼ਾਦੀ ਵਾਸਤੇ ਜਾਂ ਕਹਿ ਲਓ ਕਿ ਆਪਣੇ ਹੱਕਾਂ ਦੇ ਵਾਸਤੇ ਲੜਨ ਦੇ ਲਈ ਉਹਨਾਂ ਨੂੰ ਤਿਆਰ ਕੀਤਾ। ਗੁਰੂ ਸਾਹਿਬ ਜੀ ਦੇ ਇਹਨਾਂ ਪ੍ਰਚਾਰਕ ਦੌਰਿਆਂ ਦੇ ਸਦਕਾ ਹੀ ਜੋ ਸਿੱਖ ਸਨ ਉਹ ਲਾਮਬੰਦ ਹੋਣੇ ਸ਼ੁਰੂ ਹੋਏ। ਪਰ ਜੋ ਉਸ ਸਮੇਂ ਹਕੂਮਤ ਸੀ, ਮੁਗਲ ਹਕੂਮਤ, ਉਹ ਸਿਰਫ ਇੱਕ ਧਰਮ ਤੋਂ ਇਲਾਵਾ ਹੋਰ ਕਿਸੇ ਧਰਮ ਨੂੰ ਵੀ ਸਹਾਰਦੇ ਨਹੀਂ ਸਨ। ਔਰੰਗਜ਼ੇਬ ਦੀ ਜੋ ਆਪਣੀ ਨੀਤੀ ਸੀ ਉਹ ਬੜੀ ਖਤਰਨਾਕ ਸੀ। ਔਰੰਗਜ਼ੇਬ ਤੰਗ ਦਿਲੀ ਦਾ ਸ਼ਿਕਾਰ ਸੀ, ਔਰ ਉਹਦੀ ਮਾਨਸਿਕਤਾ ਦੇ ਉੱਤੇ ਇਹ ਜੋ ਗੱਲ ਸੀ ਕਿ ਮੈਂ ਕਿਸੇ ਨਾ ਕਿਸੇ ਤਰ੍ਹਾਂ ਜੋ ਇਹ ਧਰਤੀ ਹੈ ਹਿੰਦੁਸਤਾਨ ਦੀ, ਇਹਨੂੰ ਇਸਲਾਮ ਦੀ ਧਰਤੀ ਦੇ ਵਿੱਚ ਤਬਦੀਲ ਕਰਦੇ ਹਾਂ। ਪਰ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਤਾਂ ਮਾਨਵਤਾ, ਮਨੁੱਖਤਾ ਦੇ ਲਈ ਗੱਲ ਕਰਦੇ ਸਨ, ਔਰ ਹਰ ਤਰੀਕੇ ਦੇ ਨਾਲ ਉਹ ਉਸ ਪਰਮਾਤਮਾ ਦੇ ਨਾਲ ਜੁੜਨ ਵਾਸਤੇ ਤਾਕੀਦ ਕਰਦੇ ਸਨ, ਤੇ ਜੋ ਪਰਮਾਤਮਾ ਹੈ ਉਹ ਹਰ ਇਨਸਾਨ ਵਿੱਚ ਹੈ। ਫਿਰ ਜੋ ਉਹਨੂੰ ਮੰਨਣ ਵਾਲੇ ਨੇ ਪਰਮਾਤਮਾ ਨੂੰ, ਉਹ ਭਾਵੇਂ ਕਿਸੇ ਵੀ ਫਿਰਕੇ ਦੇ ਹੋਣ, ਪਰ ਉਹ ਉਸ ਪਰਮਾਤਮਾ ਦੇ ਨਾਲ, ਉਹਦੇ ਨਾਲ ਜੋ ਪਿਆਰ ਨੇ ਉਹ ਰੱਖਦੇ ਨੇ। ਪਰ ਔਰੰਗਜ਼ੇਬ ਨੂੰ ਇਹ ਗੱਲਾਂ ਜੋ ਸਨ ਉਹ ਪਸੰਦ ਨਹੀਂ ਸਨ। ਉਹਨੇ ਇੱਥੋਂ ਤੱਕ ਹੁਕਮ ਜਾਰੀ ਕਰ ਦਿੱਤਾ ਸੀ ਕਿ ਜਿੰਨੇ ਵੀ ਹਿੰਦੂ ਨੇ, ਇਹਨਾਂ ਦੇ ਜੋ ਮੰਦਰ ਨੇ ਉਹ ਢਾਹ ਦਿੱਤੇ ਜਾਣ, ਔਰ ਇਹਨਾਂ ਦੇ ਤਿਲਕ ਮਿਟਾ ਦਿੱਤੇ ਜਾਣ, ਜੰਜੂ ਉਤਾਰ ਦਿੱਤੇ ਜਾਣ, ਤੇ ਇਹਨਾਂ ਨੂੰ ਇਸਲਾਮ ਦੇ ਵਿੱਚ ਸ਼ਾਮਲ ਕਰ ਲਿਆ ਜਾਏ। ਔਰ ਇਸ ਚੀਜ਼ ਦੀ ਜੋ ਸ਼ੁਰੂਆਤ ਹੈ ਉਹ ਕਸ਼ਮੀਰ ਤੋਂ ਕੀਤੀ ਗਈ ਸੀ। ਕਸ਼ਮੀਰ ਇੱਕ ਅਜਿਹਾ ਇਲਾਕਾ ਸੀ ਜਿੱਥੇ ਬਹੁਤ ਸਾਰੇ ਪੰਡਿਤ, ਬ੍ਰਾਹਮਣ ਤੇ ਉੱਚ ਕੋਟੀ ਦੇ ਵਿਦਵਾਨ ਲੋਕ ਰਹਿੰਦੇ ਸਨ। ਹੁਣ ਔਰੰਗਜ਼ੇਬ ਨੂੰ ਇਵੇਂ ਲੱਗਣ ਲੱਗ ਪਿਆ ਸੀ ਕਿ ਮੈਂ ਅਗਰ ਇਹਨਾਂ ਵਿਦਵਾਨਾਂ ਨੂੰ, ਇਹਨਾਂ ਪੜ੍ਹੇ ਲਿਖੇ ਇਨਸਾਨਾਂ ਨੂੰ, ਇਹ ਤਾਂ ਇਹਨਾਂ ਦੇ ਆਗੂ ਨੇ, ਅਗਰ ਇਹਨਾਂ ਨੂੰ ਮੈਂ ਇਸਲਾਮ ਦੇ ਵਿੱਚ ਸ਼ਾਮਿਲ ਕਰ ਲਵਾਂ ਤੇ ਆਮ ਜਨਤਾ ਨੂੰ ਇਸਲਾਮ ਵਿੱਚ ਸ਼ਾਮਿਲ ਕਰਨਾ ਕੋਈ ਜ਼ਿਆਦਾ ਔਖਾ ਨਹੀਂ ਹੋਏਗਾ। ਤੇ ਉਹਦੇ ਇਹ ਸਾਰੇ ਯਤਨ ਇਸੇ ਪਾਸੇ ਹੀ ਸਨ। ਬੇਸ਼ੱਕ ਪਹਿਲੇ ਪਹਿਲ ਜੋ ਨੀਤੀ ਸੀ ਔਰੰਗਜ਼ੇਬ ਦੀ ਉਹ ਇਸ ਤਰ੍ਹਾਂ ਦੀ ਨਹੀਂ ਸੀ,
ਪਰ ਅਚਾਨਕ ਹੀ ਉਹਦੇ ਵਿੱਚ ਇਹ ਜੋ ਤਬਦੀਲੀਆਂ ਸਨ ਆ ਗਈਆਂ ਸਨ, ਉਹ ਬਹੁਤ ਜ਼ਿਆਦਾ ਕੱਟੜ ਹੋ ਗਿਆ ਸੀ। ਤੇ ਇਸ ਕੱਟੜਤਾ ਦੇ ਵਿੱਚ ਆ ਕੇ ਹੀ ਉਹਨੇ ਪੂਰੇ ਹਿੰਦੁਸਤਾਨ ਦੇ ਉੱਤੇ ਇਹ ਇੱਕ ਤਰ੍ਹਾਂ ਦੀ ਹਨੇਰੀ ਝੁਲਾ ਦਿੱਤੀ ਸੀ ਕਿ ਬਹੁਤ ਸਾਰੇ ਨਿਰਦੋਸ਼ ਲੋਕਾਂ ਨੂੰ ਕਤਲ ਕੀਤਾ ਜਾ ਰਿਹਾ ਸੀ। ਔਰ ਅਗਰ ਤੁਸੀਂ ਔਰੰਗਜ਼ੇਬ ਦੀ ਪਰਸਨਲ ਲਾਈਫ ਵੀ ਦੇਖੋ ਤਾਂ ਉਹ ਕੋਈ ਜ਼ਿਆਦਾ ਚੰਗੀ ਨਹੀਂ ਸੀ। ਔਰੰਗਜ਼ੇਬ ਜਦੋਂ ਗੱਦੀ ਦੇ ਉੱਤੇ ਬੈਠਿਆ ਹੈ, ਜਦੋਂ ਉਹਨੇ ਹਿੰਦੁਸਤਾਨ ਦੇ ਤਖਤ ਦੇ ਉੱਤੇ ਕਬਜ਼ਾ ਕੀਤਾ ਹੈ, ਤੇ ਉਹਨੇ ਆਪਣੇ ਭਰਾਵਾਂ ਦਾ ਕਤਲ ਕੀਤਾ ਹੈ, ਆਪਣੇ ਪਿਤਾ ਨੂੰ ਉਹਨੇ ਗ੍ਰਿਫਤਾਰ ਕੀਤਾ ਹੈ, ਤੇ ਗ੍ਰਿਫਤਾਰੀ ਵਿੱਚ ਹੀ ਉਹਦੀ ਮੌਤ ਹੋਈ ਹੈ। ਸੋ ਇਸ ਤਰੀਕੇ ਦੇ ਨਾਲ ਉਹਨੇ ਆਪਣੇ ਸਕਿਆਂ ਦੇ ਨਾਲ ਬਦਸਲੂਕੀਆਂ ਕੀਤੀਆਂ ਨੇ, ਉਹਨਾਂ ਉੱਤੇ ਵੀ ਜ਼ੁਲਮ ਕੀਤੇ ਨੇ, ਤੇ ਹੁਣ ਉਹ ਸਿਰਫ ਜੋ ਉਹਦੇ ਅਹਿਲਕਾਰ ਨੇ ਜਾਂ ਜੋ ਉਹਦੇ ਇਸਲਾਮ ਨਾਲ ਸੰਬੰਧਿਤ ਲੋਕ ਨੇ, ਉਹਨਾਂ ਨੂੰ ਖੁਸ਼ ਕਰਨ ਵਾਸਤੇ ਉਹ ਪੂਰੇ ਹਿੰਦੁਸਤਾਨ ਦੇ ਉੱਤੇ ਜੋ ਜ਼ੁਲਮ ਹੈ ਉਹ ਢਾਹ ਰਿਹਾ ਹੈ। ਇਸ ਜ਼ੁਲਮ ਦਾ ਹੀ ਨਤੀਜਾ ਸੀ ਕਿ ਜੋ ਕਸ਼ਮੀਰ ਦੇ ਪੰਡਿਤ ਸਨ ਉਹ ਅਤਿਅੰਤ ਦੁਖੀ ਹੋ ਗਏ ਸਨ। ਔਰ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਉਸ ਸਮੇਂ ਵਿੱਚ ਵਿਚਰ ਰਹੇ ਨੇ। ਸਿੱਖੀ ਦਾ ਪ੍ਰਚਾਰ, ਸਿੱਖੀ ਦੀਆਂ ਗੱਲਾਂ, ਪ੍ਰਮਾਤਮਾ ਦੀਆਂ ਗੱਲਾਂ ਉਹ ਸਾਰੇ ਪਾਸੇ ਕਰਦੇ ਨੇ। ਤੇ ਜਦੋਂ ਗੁਰੂ ਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜਨਮ ਹੋਇਆ ਹੈ, ਪ੍ਰਕਾਸ਼ ਹੋਇਆ ਹੈ ਪਟਨਾ ਸਾਹਿਬ ਦੇ ਵਿਖੇ, ਪਟਨਾ ਸ਼ਹਿਰ ਦੇ ਵਿੱਚ, ਉਸ ਸਮੇਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਢਾਕੇ ਦੇ ਵਿੱਚ ਨੇ। ਸੋ ਕੋਈ 4 ਸਾਲ ਦੇ ਬਾਅਦ ਉਹਨਾਂ ਦੀ ਆਪਣੇ ਪੁੱਤਰ ਦੇ ਨਾਲ ਮੁਲਾਕਾਤ ਹੁੰਦੀ ਹੈ, ਤੇ ਗੁਰੂ ਸਾਹਿਬ ਬਾਲਕ ਤੇ ਆਪਣੇ ਪਰਿਵਾਰ ਨੂੰ ਹਦਾਇਤ ਕਰਕੇ ਕਿ ਤੁਸੀਂ ਸਾਡੇ ਪਿੱਛੋਂ ਪੰਜਾਬ ਆ ਜਾਣਾ। ਤੇ ਗੁਰੂ ਤੇਗ ਬਹਾਦਰ ਜੀ ਸਭ ਜਾਇਜ਼ ਪ੍ਰਬੰਧ ਕਰਦਿਆਂ ਹੋਇਆਂ ਰਸਤੇ ਦੇ ਵਿੱਚ ਕਿ ਬਾਅਦ ਵਿੱਚ ਸੰਗਤ ਆ ਰਹੀ ਹੈ, ਪਰਿਵਾਰ ਆ ਰਿਹਾ ਹੈ, ਬੱਚੇ ਆ ਰਹੇ, ਤੇ ਉਹ ਪੰਜਾਬ ਵੱਲ ਆ ਜਾਂਦੇ ਨੇ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਉਮਰ 9 ਸਾਲ ਦੇ ਕਰੀਬ ਹੋ ਚੁੱਕੀ ਹੈ। ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸਾਹਿਬ, ਜੋ ਕਿ ਗੁਰੂ ਤੇਗ ਬਹਾਦਰ ਜੀ ਨੇ ਵਸਾਇਆ ਸੀ, ਮੱਖੋਵਾਲ ਦੀ ਜ਼ਮੀਨ ਲੈ ਕੇ, ਮੱਖੋਵਾਲ ਦਾ ਪਹਿਲਾ ਨਾਂ ਸੀ। ਫਿਰ ਗੁਰੂ ਸਾਹਿਬ ਜੀ ਨੇ ਆਪਣੀ ਮਾਤਾ ਦੇ ਨਾਮ ਦੇ ਉੱਪਰ ਚੱਕ ਨਾਨਕੀ ਨਾਮ ਰੱਖਿਆ ਸੀਗਾ, ਤੇ ਉਹ ਨਗਰ ਜੋ ਵਸਿਆ ਹੈ ਉੱਥੇ ਹੀ ਗੁਰੂ ਗੋਬਿੰਦ ਸਿੰਘ ਜੀ ਦਾ ਹੁਣ ਜੋ ਅਗਲਾ ਬਚਪਨ ਹੈ ਉਹ ਸ਼ੁਰੂ ਹੁੰਦਾ ਹੈ। ਔਰੰਗਜ਼ੇਬ ਦੇ ਜ਼ੁਲਮਾਂ ਦੀ ਹਨੇਰੀ ਬਹੁਤ ਤੇਜ਼ ਹੋ ਗਈ ਹੈ, ਹਾਹਾਕਾਰ ਮੱਚੀ ਹੋਈ ਹੈ, ਸਾਰੇ ਬੰਨੇ ਲੋਕ ਪਰੇਸ਼ਾਨ ਨੇ। ਤੇ ਉੱਥੇ ਜਦੋਂ ਪੰਡਤਾਂ ਨੂੰ ਆਪਣੀ ਰੱਖਿਆ ਦਾ ਕੋਈ ਹੋਰ ਸਹਾਰਾ ਨਹੀਂ ਲੱਭਦਾ, ਸਾਰੀ ਦੁਨੀਆ ਦੇ ਵਿੱਚ ਉਹਨਾਂ ਨੇ ਫਿਰ ਕੇ ਦੇਖ ਲਿਆ ਹੈ, ਹਰ ਜਗ੍ਹਾ ਤੇ ਉਹਨਾਂ ਨੇ ਆਪਣੀਆਂ ਕੋਸ਼ਿਸ਼ਾਂ ਨਾਕਾਮਯਾਬ ਹੁੰਦੀਆਂ ਵੇਖ ਲਈਆਂ ਨੇ। ਤੇ ਹੁਣ ਉਹਨਾਂ ਦੇ ਮਨ ਵਿੱਚ ਇਹ ਖਿਆਲ ਆਇਆ ਹੈ ਕਿ ਗੁਰੂ ਨਾਨਕ ਦਾ ਘਰ ਹੀ ਜੋ ਸਾਡੀ ਬਾਂਹ ਫੜ ਸਕਦਾ ਹੈ। ਔਰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ 4 ਜੰਗਾਂ ਦੇ ਵਿੱਚ ਹਕੂਮਤ ਨੂੰ ਟੱਕਰ ਦਿੱਤੀ ਸੀ ਤੇ ਉਹਨਾਂ ਨੂੰ ਹਾਰ ਵੀ ਦਿੱਤੀ ਸੀ। ਔਰ ਉਹ ਸਾਰੇ ਲੋਕ ਇਹ ਜਾਣਦੇ ਨੇ ਕਿ ਹੁਣ ਗੁਰੂ ਘਰ ਹੀ ਜੋ ਹੈ ਉਹ ਸਾਡੀ ਬਾਂਹ ਫੜੇ ਤੇ ਸਾਡੀ ਪੌੜੀ ਹੋ ਸਕਦੀ ਹੈ। ਔਰ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਬਾਅਦ ਗੁਰੂ ਹਰਰਾਏ ਸਾਹਿਬ ਜੀ ਨੇ ਵੀ ਆਪਣੇ ਨਾਲ 2200 ਘੋੜਸਵਾਰ ਜਿਹੜੇ ਸੀ ਉਹ ਰੱਖੇ ਹੋਏ ਸਨ, ਉਹ ਜੋ ਹੁਣ ਤੱਕ ਗੁਰੂ ਘਰ ਦੇ ਵਿੱਚ ਚੱਲੇ ਆ ਰਹੇ ਸਨ। ਤੇ ਪੰਡਤਾਂ ਦਾ ਇੱਕ ਡੈਲੀਗੇਟ, ਇੱਕ ਗਰੁੱਪ, ਸਮੂਹ ਇਕੱਠਾ ਹੋ ਕੇ ਆਨੰਦਪੁਰ ਦੇ ਵਿੱਚ ਆਉਂਦਾ ਹੈ। ਕਈਆਂ ਨੇ ਗਿਣਤੀ 500 ਵੀ ਲਿਖੀ ਹੋਈ ਹੈ, ਕਈਆਂ ਨੇ 8 ਦੀ ਲਿਖੀ ਹੋਈ ਹੈ। ਸੋ ਉਹ ਸਾਰੇ ਪੰਡਤ ਆਪਣੀ ਫਰਿਆਦ ਲੈ ਕੇ, ਆਪਣੀਆਂ ਜੋ ਉਹਨਾਂ ਤੇ ਮਜਬੂਰੀਆਂ ਨੇ, ਜੋ ਉਹਨਾਂ ਤੇ ਜ਼ੁਲਮ ਹੋ ਰਿਹਾ ਹੈ, ਜੋ ਅਤਿਆਚਾਰ ਹੋ ਰਿਹਾ ਹੈ, ਉਹਦੀ ਫਰਿਆਦ ਲੈ ਕੇ ਗੁਰੂ ਤੇਗ ਬਹਾਦਰ ਜੀ ਦੇ ਕੋਲ ਆਨੰਦਪੁਰ ਵਿਖੇ ਪਹੁੰਚਦੇ ਨੇ। ਔਰ ਗੁਰੂ ਤੇਗ ਬਹਾਦਰ ਜੀ ਦਾ ਜੋ ਦਰਬਾਰ ਹੈ ਉਹ ਲੱਗਿਆ ਹੋਇਆ ਹੈ, ਔਰ ਦਰਬਾਰ ਦੇ ਵਿੱਚ ਆ ਕੇ ਆਪਣੀ ਫਰਿਆਦ ਕਰਦੇ ਨੇ। ਔਰ ਜਦੋਂ ਫਰਿਆਦ ਹੁੰਦੀ ਹੈ ਤੇ ਜਦੋਂ ਉਹ ਬਿਆਨ ਕਰਦੇ ਨੇ, ਕਿਉਂਕਿ ਉਹ ਇੰਨੇ ਦੁਖੀ ਨੇ ਕਿ ਉਹ ਤਾਹਾਂ ਮਾਰ ਕੇ ਰੋ ਰਹੇ ਨੇ। ਉਹਨਾਂ ਦੇ ਜੋ ਜ਼ੁਲਮ ਹੋ ਰਿਹਾ ਹੈ ਬੱਚਿਆਂ ਦੇ ਉੱਤੇ, ਔਰਤਾਂ ਉੱਤੇ, ਬਜ਼ੁਰਗਾਂ ਉੱਤੇ, ਹਰ ਵਰਗ ਦੇ ਲੋਕਾਂ ਨੂੰ ਦੁਖੀ ਕੀਤਾ ਜਾ ਰਿਹਾ ਹੈ। ਜ਼ਬਰਦਸਤੀ ਉਹਨਾਂ ਨੂੰ ਜਾਂ ਤਾਂ ਇਹ ਕਿਹਾ ਜਾਂਦਾ ਹੈ ਕਿ ਤੁਸੀਂ ਇਸਲਾਮ ਕਬੂਲ ਕਰ ਲਓ, ਤੇ ਜਾਂ ਫਿਰ ਤੁਸੀਂ ਮਰਨ ਲਈ ਤਿਆਰ ਹੋ ਜਾਓ। ਜਿਹੜਾ ਤਾਂ ਅੜਦਾ ਹੈ ਉਹਨੂੰ ਮਾਰ ਦਿੱਤਾ ਜਾਂਦਾ ਹੈ, ਜਿਹੜਾ ਨਹੀਂ ਅੜਦਾ ਉਹਨੂੰ ਫਿਰ ਇਸਲਾਮ ਦੇ ਵਿੱਚ ਸ਼ਾਮਲ ਕਰ ਲਿਆ ਜਾਂਦਾ ਹੈ। ਗੁਰੂ ਸਾਹਿਬ ਜੀ ਡੂੰਘੀ ਵਿਚਾਰ ਵਿੱਚ ਪੈ ਗਏ ਨੇ। ਵਿਸ਼ਾ ਬਹੁਤ ਗੰਭੀਰ ਹੈ, ਔਰ ਇਹਦੇ ਵਾਸਤੇ ਹੁਣ
ਕਿਸੇ ਨੂੰ ਆਪਣੇ ਪ੍ਰਾਣ ਦੇਣੇ ਪੈਣੇ ਨੇ। ਔਰ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਪੂਰੀ ਯੋਜਨਾਬੰਦੀ ਕਰ ਰਹੇ ਨੇ, ਤਰੀਕੇ ਨਾਲ ਸੋਚ ਰਹੇ ਨੇ। ਉਸੇ ਸਮੇਂ ਬਾਲਕ ਗੋਬਿੰਦ ਰਾਏ ਜੀ ਦਰਬਾਰ ਦੇ ਵਿੱਚ ਪਹੁੰਚਦੇ ਨੇ। ਸਾਰਿਆਂ ਨੂੰ ਗੰਭੀਰ ਵੇਖ ਕੇ ਸਵਾਲ ਕਰਦੇ ਨੇ ਕਿ ਦਰਬਾਰ ਵਿੱਚ ਐਨੇ ਚੁੱਪ ਕਿਉਂ ਹੈ, ਕੀ ਹੋਇਆ ਹੈ? ਇਹ ਜੋ ਲੋਕ ਬੈਠੇ ਨੇ ਇਹ ਰੋ ਕਿਉਂ ਰਹੇ ਨੇ? ਤਾਂ ਗੁਰੂ ਤੇਗ ਬਹਾਦਰ ਜੀ ਬਾਲਕ ਜੀ ਨੂੰ ਸਾਰੀ ਵਿਥਿਆ ਸੁਣਾਉਂਦੇ ਨੇ, ਉਹਨਾਂ ਦੇ ਦੁੱਖ, ਉਹਨਾਂ ਦੇ ਹੋਏ ਜ਼ੁਲਮ, ਉਹਨਾਂ ਦੇ ਹੋਏ ਅਤਿਆਚਾਰ ਗੋਬਿੰਦ ਰਾਏ ਜੀ ਨੂੰ ਦੱਸੇ ਜਾਂਦੇ। ਗੁਰੂ ਸਾਹਿਬ ਜਦੋਂ ਇਹ ਸਾਰੀਆਂ ਘਟਨਾਵਾਂ ਨੂੰ ਬਿਆਨ ਕਰ ਰਹੇ ਨੇ ਤਾਂ ਗੋਬਿੰਦ ਰਾਏ ਜੀ ਬੜੀ ਗੰਭੀਰਤਾ ਨਾਲ ਸੁਣ ਕੇ ਜਵਾਬ ਦਿੰਦੇ ਨੇ। ਔਰ ਉਹ ਜੋ ਜਵਾਬ ਉਹਨਾਂ ਨੇ ਦਿੱਤਾ ਹੈ ਉਹਦੇ ਵਿੱਚ ਪੰਡਤਾਂ ਨੂੰ ਵੀ ਨਿਵೃತ್ತಿ ਦਿਖਦੀ ਹੈ ਔਰ ਗੁਰੂ ਜੀ ਵੀ, ਗੁਰੂ ਤੇਗ ਬਹਾਦਰ ਜੀ ਵੀ ਉਹਨਾਂ ਦੇ ਜਵਾਬ ਤੋਂ ਬੜੇ ਸੰਤੁਸ਼ਟ ਹੁੰਦੇ ਨੇ। ਉਹਨਾਂ ਨੇ ਕਿਹਾ ਕਿ ਹੁਣ ਇਹਨਾਂ ਦੇ ਜ਼ੁਲਮ ਨੂੰ ਰੋਕਣ ਵਾਸਤੇ, ਇਹਨਾਂ ਦੇ ਹੋ ਰਹੇ ਅਤਿਆਚਾਰ ਨੂੰ ਰੋਕਣ ਵਾਸਤੇ ਜੇ ਕੋਈ ਹੈ ਤਾਂ ਉਹ ਤੁਸੀਂ ਹੋ। ਗੋਬਿੰਦ ਰਾਏ ਜੀ ਨੂੰ ਆਪਣੇ ਪਿਤਾ ਦੇ ਉੱਤੇ ਪੂਰਾ ਮਾਣ ਹੈ। ਉਹ ਚੰਗੀ ਤਰ੍ਹਾਂ ਜਾਣਦੇ ਨੇ ਕਿ ਹੁਣ ਗੁਰੂ ਤੇਗ ਬਹਾਦਰ ਜੀ ਹੀ ਇਹਨਾਂ ਦੀ ਬੋੜੀ ਕਰ ਸਕਦੇ ਨੇ। ਜੇ ਇਹਨਾਂ ਤੇ ਜ਼ੁਲਮ ਆ ਪਿਆ ਹੈ, ਜੇ ਇਹਨਾਂ ਤੇ ਅਤਿਆਚਾਰ ਹੋ ਰਹੇ ਨੇ, ਤੇ ਇਹਨਾਂ ਨੂੰ ਹੁਣ ਗੋਬਿੰਦ ਰਾਏ ਜੀ ਕਹਿੰਦੇ ਨੇ ਕਿ ਸਿਰਫ ਗੁਰੂ ਤੇਗ ਬਹਾਦਰ ਜੀ ਹੀ ਰੋਕ ਸਕਦੇ ਨੇ। ਔਰ ਗੁਰੂ ਤੇਗ ਬਹਾਦਰ ਜੀ ਇਹ ਜਵਾਬ ਸੁਣ ਕੇ ਖੁਸ਼ ਹੁੰਦੇ ਨੇ ਔਰ ਇਹ ਵੀ ਕਹਿੰਦੇ ਨੇ ਕਿ ਹੁਣ ਮੈਨੂੰ ਪਤਾ ਲੱਗ ਗਿਆ ਹੈ ਕਿ ਜੋ ਸਿੱਖੀ ਦੀ ਵਾਗਡੋਰ ਹੈ ਤੁਸੀਂ ਉਸ ਨੂੰ ਵੀ ਸੰਭਾਲਣ ਦੇ ਯੋਗ ਹੋ ਗਏ। ਬਸ ਫਿਰ ਕੀ ਸੀ, ਗੁਰੂ ਤੇਗ ਬਹਾਦਰ ਜੀ ਉਹਨਾਂ ਪੰਡਤਾਂ ਨੂੰ ਕਹਿੰਦੇ ਨੇ ਕਿ ਤੁਸੀਂ ਜਾ ਕੇ ਗਵਰਨਰ ਨੂੰ ਕਹਿ ਦਿਓ ਕਿ ਜੇ ਸਾਡਾ ਆਗੂ ਗੁਰੂ ਤੇਗ ਬਹਾਦਰ ਇਸਲਾਮ ਕਬੂਲ ਕਰ ਲੈਂਦਾ ਹੈ ਤਾਂ ਅਸੀਂ ਵੀ ਇਸਲਾਮ ਕਬੂਲ ਕਰ ਲਵਾਂਗੇ, ਪਰ ਜੇ ਉਹ ਨਹੀਂ ਕਬੂਲ ਕਰੇਗਾ ਤੇ ਫਿਰ ਸਾਡੇ ਤੋਂ ਕੋਈ ਆਸ ਨਾ ਰੱਖੀ ਜਾਵੇ ਤੇ ਇਹ ਜੋ ਹੋ ਰਹੇ ਨੇ ਜ਼ੁਲਮ ਇਹਨਾਂ ਨੂੰ ਵੀ ਬੰਦ ਕਰ ਦਿੱਤਾ ਜਾਵੇ। ਜਦੋਂ ਗਵਰਨਰ ਦੇ ਰਾਹੀਂ ਇਹ ਖਬਰ ਔਰੰਗਜ਼ੇਬ ਦੇ ਕੋਲ ਪਹੁੰਚਦੀ ਹੈ ਤਾਂ ਉਹ ਬੜਾ ਖੁਸ਼ ਹੁੰਦਾ ਹੈ ਕਿ ਹੁਣ ਜੋ ਮੈਂ ਬੜੇ ਚਿਰਾਂ ਤੋਂ ਪਲਾਨ ਕਰਕੇ ਬੈਠਾ ਸੀ, ਬੜੇ ਚਿਰ ਤੋਂ ਇਹ ਸੋਚ ਕੇ ਬੈਠਾ ਸੀ ਕਿ ਪੂਰੇ ਹਿੰਦੁਸਤਾਨ ਨੂੰ ਇਸਲਾਮ ਦੇ ਵਿੱਚ ਤਬਦੀਲ ਕਰਨਾ ਹੈ, ਉਹ ਦਿਨ ਆ ਗਿਆ ਹੈ। ਹੁਣ ਮੈਂ ਤੇਗ ਬਹਾਦਰ ਨੂੰ ਸਿੱਖ ਧਰਮ ਤੋਂ ਇਸਲਾਮ ਦੇ ਵਿੱਚ ਲੈ ਆਵਾਂਗਾ। ਜੋ ਆਪਣੇ ਆਪ ਨੂੰ ਹਿੰਦੂਆਂ ਦਾ ਆਗੂ ਦੱਸਦਾ ਹੈ ਉਹਨੂੰ ਮੈਂ ਇਸਲਾਮ ਵਿੱਚ ਲਿਆ ਕੇ ਫਿਰ ਪੂਰੀ ਪਬਲਿਕ ਨੂੰ, ਦੁਨੀਆ ਨੂੰ, ਲੋਕਾਂ ਨੂੰ ਇਸਲਾਮ ਕਬੂਲ ਕਰਵਾ ਲਵਾਂਗਾ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਸਮੇਂ ਦੀ ਨਿਯਾਮਤ ਨੂੰ ਦੇਖਦਿਆਂ ਹੋਇਆਂ ਤਿਆਰੀ ਕਰ ਰਹੇ ਨੇ ਦਿੱਲੀ ਵੱਲ ਜਾਣ ਦੀ। ਗੁਰੂ ਤੇਗ ਬਹਾਦਰ ਜੀ ਦੇ ਨਾਲ 5 ਜਿਹੜੇ ਸਿੱਖ ਨੇ ਉਹ ਤਿਆਰ ਹੋਏ ਨੇ। ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ ਤੇ 2 ਸਿੱਖ ਜਿਹੜੇ ਨੇ ਉਹ ਦਿੱਲੀ ਵਿੱਚ ਨੇ। ਕੁਝ ਇਤਿਹਾਸਕਾਰ ਤਾਂ ਇਹ ਵੀ ਕਹਿੰਦੇ ਨੇ ਸਾਰੇ ਇਕੱਠੇ ਹੀ ਗਏ ਸਨ। ਭਾਈ ਬਾਬਾ ਬੁੱਢਾ ਸਾਹਿਬ ਜੀ ਦੀ ਔਲਾਦ ਵਿੱਚੋਂ, ਉਹਨਾਂ ਦੇ ਵੰਸ਼ ਵਿੱਚੋਂ ਬਾਬਾ ਗੁਰਦਿੱਤਾ ਜੀ ਵੀ ਨਾਲ ਨੇ। ਹੁਣ ਜਦੋਂ ਇਹ ਇਕੱਠੇ ਹੋ ਕੇ ਅਨੰਦਪੁਰੀ ਤੋਂ ਵਿਦਾਇਗੀ ਲੈਂਦੇ ਨੇ, ਪੂਰਾ ਅਨੰਦਪੁਰ, ਪੂਰਾ ਸ਼ਹਿਰ ਤੇ ਪੂਰੀ ਗੁਰੂ ਦੀ ਜੋ ਪਰਿਵਾਰ ਹੈ, ਸੰਗਤਾਂ ਨੇ, ਸਾਰੇ ਗੁਰੂ ਸਾਹਿਬ ਜੀ ਤੋਂ ਤੁਰਨ ਵਾਸਤੇ ਆਉਂਦੇ ਨੇ। ਉਹ ਸਾਰਿਆਂ ਨੂੰ ਪਤਾ ਹੈ ਕਿ ਹੁਣ ਜੋ ਹੋਣਾ ਹੈ ਉਹ ਕਲੀਅਰ ਹੈ। ਉਹ ਸਾਰਿਆਂ ਨੂੰ ਸਪਸ਼ਟ ਸੀ ਕਿ ਗੁਰੂ ਤੇਗ ਬਹਾਦਰ ਜੀ ਜਾ ਤਾਂ ਰਹੇ ਨੇ ਪਰ ਇਹਨਾਂ ਨੇ ਹੁਣ ਵਾਪਿਸ ਨਹੀਂ ਹੋਣਾ, ਕਿਉਂਕਿ ਔਰੰਗਜ਼ੇਬ ਦੇ ਜੋ ਜ਼ੁਲਮ ਨੇ ਉਹਨਾਂ ਦੀ ਜਿਹੜੀ ਸਾਰੇ ਪਾਸੇ ਜੋ ਹੈ ਉਹ ਚਰਚਾ ਸ਼ੁਰੂ ਹੋਈ ਹੈ। ਔਰ ਗੁਰੂ ਤੇਗ ਬਹਾਦਰ ਜੀ ਜੋ ਪਰਮਾਤਮਾ ਦੇ ਰੰਗ ਵਿੱਚ ਰੰਗੇ ਹੋਏ ਨੇ। ਦੁਨੀਆ ਦੀ ਤੁਸੀਂ ਹੋਰ ਤਾਂ ਕਿਸੇ ਵੀ ਚੀਜ਼ ਨੂੰ ਕਹਿ ਲਓ ਕਿ ਜੇ ਮੈਂ ਕਹਾਂ ਕਿ ਸੂਰਜ ਠੰਡਾ ਹੋ ਸਕਦਾ ਹੈ, ਧਰਤੀ ਗਰਕ ਹੋ ਸਕਦੀ ਹੈ,
पर गुरु तेग बहादुर सच्चे पातशाह जी जिहड़ा सिर लैके गए ने, जिहड़ा सिदक लैके गए ने, उन्होंने कोई डुला नहीं सकता। और गुरु तेग बहादुर जी को गिरफ्तार करने वास्ते भी औरंगजेब के जो हुक्म ने, जो ऑर्डर ने, वो जारी कर दिते ने। और जिथे पटियाला है, पटियाला कहते ने कि पहला पटियाला शहर नहीं सी वसिया, ये बहुत बाद विच वसिया है, ये बाबा आला सिंह ने वसाया सीगा। सो उस दे लागे उस डिस्ट्रिक्ट दे विच जो है गुरु तेग बहादुर जी जो अपनी गिरफ्तारी है वो देंदे ने, क्योंकि जो भट्टवइयां ने उन्हां दी खोज कीतियां ये गल स्पष्ट हो जाती है कि उन्हां दी गिरफ्तारी जो है वो इत्थों हुई है। बेशक कई स्रोत ऐसे भी मिलते हैं जिन्हां दे विच आगरे तो गिरफ्तारी के बारे जिक्र किया गया है, और वो भी बड़े नाटकी ढंग के नाल। पर जो हुण भट्टवइयां की नवीं खोज आई है उहदे अनुसार उन्हां दी गिरफ्तारी पटियाले दे कोलों हुंदी है। गुरु तेग बहादुर जी को गिरफ्तार करके दिल्ली पहुँचाया जाता है, और दिल्ली जिथे कोतवाली है, अजकल गुरुद्वारा सीसगंज बनया हुआ है, उसके नाल ही कोतवाली है, उत्थे गिरफ्तार किया जाता है, रखा जाता है। और उन्हों का ये पूरा जोर लग्या होया है कि किसी न किसी तरीके नाल असीं तेग बहादुर जी को इस्लाम दे विच लैके आउणा। अगर ये इस्लाम कबूल कर लेंदे ने तो बाकी की दुनिया को तो कबूल कराना हुण ज़्यादा मुश्किल नहीं होएगा। और सारा प्रैशर गुरु तेग बहादुर जी के उत्ते पाया जा रहा है, उन्होंने सिखां के उत्ते जुल्म किए जा रहे हैं। 3 सिखां ने नाल गिरफ्तारी दी है, भाई सतीदास जी, भाई मतीदास जी ते भाई दयाला जी। बहुत तरह तरह के तरीकों के नाल गुरु साहब जी को डराने की कोशिश की जा रही है। एक छोटे जे पिंजरे दे विच जो लोहे का बनया पिया है वो कैद किया हुआ है। आम तौर पर ये पिंजरे उदों वरते जाते हैं जदों गिरफ्तार किए व्यक्ति को एक जगह तो दूजी जगह पर लैके जाना हो। पर गुरु साहब जी तो कोठरी के अंदर भी पिंजरे दे विच रखा जा रहा है ताकि वो आराम ना कर सकन, वो लेट ना सकन, और वो तंग होण, वो परेशान होण। पर गुरु तेग बहादुर जी के चेहरे के उत्ते कोई रंजिश नहीं है, वो भाने विच मस्त ने, रजा दे विच रह रहे हैं। और गुरु तेग बहादुर साहब सच्चे पातशाह जी को बार बार पूछा जा रहा है कि जां तुसीं करामात दिखाओ तो जां तुसीं मौत दे लई तैयार हो जाओ। सब तो पहला उन्होंने प्यारे सिखां नूं उन्हां दीयां अखां दे सामने तसीहे दे दे के शहीद किया जाता है, ताकि ते गुरु तेग बहादुर जी डोल जान, जुल्म नूं ना सह सकन, ते ये पुकार उठन कि मैं इस्लाम कबूल करना है। पर गुरु तेग बहादुर जी अड़ोल च सारे दृश्य अपने सामने वेख रहे हैं। अपने जान तो प्यारे सिखां जिहड़े हमेशा उन्होंने अंग संग रहे, उन्होंने सेवा में तत्पर रहते सन, गुरु साहब जी उन्होंने अपने सामने इस संसार तो जाते देखते हैं। अत तक नहाना जो माहौल है वो तैयार किया जाता है। भाई सतीदास जी, भाई मतीदास जी, भाई दयाला जी, इन्हां सारियां नूं वारी वारी अखां दे सामने तसीहे दे के शहीद किया जाता है। किते सिर के उत्ते आरा चलाया जाता है, किधरे देग चुगाड़िया जाता है, ते किधरे रूह लपेट के अग ला के साड़ दिता जाता है। तिन्ने ही प्यारे सिख वारी वारी गुरु तेग बहादुर साहब सच्चे पातशाह जी दी अखां दे सामने वो जुल्म दे राही शहीद कर दिते जाते हैं। पर वो गुरु के प्यारे जिन्हां दी अंतिम इच्छा यही हुंदी सी कि साडा मूँह, साडा मुख, साडे मुर्शद, साडे गुरु वाल होवे, असीं अपने गुरु नूं तकदे हां, इस संसार तो जाइए। पुछया जाता है करामात दिखा दो, इस्लाम कबूल कर लो या मौत लै लो। उन्होंने मौत नूं चुनिया, शहीदी नूं चुनिया, ते हसते हसते गुरु तेग बहादुर साहब जी के चेहरे नूं तकदे तकदे इस संसार तो चले गए।
फिर गुरु तेग बहादुर साहब सच्चे पातशाह जी ਨੂੰ ਕਿਹਾ ਜਾਂਦਾ ਹੈ कि ਜਾਂ ਤਾਂ ਕਰਾਮਾਤ ਦਿਖਾਓ ਜਾਂ ਇਸਲਾਮ ਕਬੂਲ ਕਰ ਲਓ। ਗੁਰੂ ਸਾਹਿਬ ਕਹਿੰਦੇ ਕਰਾਮਾਤ ਸਿੱਖ ਇਹਦੇ 'ਚ ਵਿਸ਼ਵਾਸ ਨਹੀਂ ਕਰਦਾ, ਅਸੀਂ ਉਹਦੀ ਰਜ਼ਾ ਦੇ ਵਿੱਚ ਉਹਦੇ ਭਾਣੇ ਵਿੱਚ ਰਹਿਣਾ ਪਸੰਦ ਕਰਾਂਗੇ। ਤਾਂ ਕਹਿੰਦੇ ਤੁਹਾਨੂੰ ਮੌਤ ਦਿੱਤੀ ਜਾਏਗੀ। ਗੁਰੂ ਸਾਹਿਬ ਕਹਿੰਦੇ ਇਹ ਸਰੀਰ ਨੂੰ ਤਾਂ ਮਾਰ ਸਕਦੇ ਹੋ ਪਰ ਇਹਨਾਂ ਵਿਚਾਰਾਂ ਨੂੰ ਖਤਮ ਨਹੀਂ ਕਰ ਸਕਦੇ। ਤੁਸੀਂ ਮੇਰੇ ਸਿਦਕ ਨੂੰ ਡਰਾ ਨਹੀਂ ਸਕਦੇ। ਸਿਦਕ ਦ੍ਰਿੜ ਔਰ ਸਿਦਕ ਨੂੰ ਕਦੇ ਵੀ ਖਤਮ ਨਹੀਂ ਕੀਤਾ ਜਾ ਸਕਦਾ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਿਦਕ ਨੂੰ ਉਹ ਡੁਲਾ ਨਹੀਂ ਸਕੇ। ਫਿਰ ਕਾਜੀ ਨੇ ਪੁੱਛਿਆ ਕਿ ਅਸੀਂ ਕੋਈ ਆਖਰੀ ਵਾਰੀ ਪੁੱਛਦੇ ਹਾਂ, ਇਸਲਾਮ ਵਿੱਚ ਆ ਜਾਓ, ਤੁਹਾਨੂੰ ਹਰ ਤਰ੍ਹਾਂ ਦੀ ਸੁੱਖ ਸਹੂਲਤ ਦਿੱਤੀ ਜਾਏਗੀ। ਗੁਰੂ ਸਾਹਿਬ ਕਹਿੰਦੇ ਅਸੀਂ ਧਰਮਾਂ ਦੀ ਆਜ਼ਾਦੀ, ਉਹ ਕਿਸੇ ਨੇ ਕਿਸੇ ਨੂੰ ਵੀ ਮੰਨਣਾ ਹੋਵੇ ਇਹ ਉਹਦਾ ਪਰਸਨਲ ਅਧਿਕਾਰ ਹੈ, ਪਰ ਤੁਸੀਂ ਇਸ ਨੂੰ ਕਿਸ ਤਰ੍ਹਾਂ ਖੋ ਸਕਦੇ? ਕਾਜੀ ਦੇ ਬਾਰ-ਬਾਰ ਕਹਿਣ ਉੱਤੇ ਵੀ ਗੁਰੂ ਸਾਹਿਬ ਉਹਨਾਂ ਦੇ ਕਿਸੇ ਵੀ ਝਾਂਸੇ ਵਿੱਚ ਨਹੀਂ ਆਉਂਦੇ ਔਰ ਪਰਮਾਤਮਾ ਦੀ ਰਜ਼ਾ ਵਿੱਚ ਰਹਿਣਾ ਹੀ ਮਨਜ਼ੂਰ ਕਰਦੇ ਨੇ। ਫਿਰ ਕਾਜੀ ਨੇ ਫਰਮਾਨ ਜਾਰੀ ਕੀਤਾ ਜੋ ਕਿ ਔਰੰਗਜ਼ੇਬ ਦੇ ਕੇ ਗਿਆ ਸੀ। ਫਤਵਾ ਲਾ ਦਿੱਤਾ ਗਿਆ। ਗੁਰੂ ਸਾਹਿਬ ਦਾ ਸਿਰ ਕਰਮ ਕਰਨ ਦਾ ਜੋ ਹੁਕਮ ਉਹ ਦਿੱਤਾ ਗਿਆ। ਜਲਾਦ ਨੇ ਜੋ ਸਮਾਣੇ ਦਾ ਸੀ ਉਹਨੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਗਰਦਨ ਦੇ ਉੱਤੇ ਤਲਵਾਰ ਦਾ ਵਾਰ ਕੀਤਾ, ਜਿਹਦੇ ਨਾਲ ਧੜ ਤੇ ਸੀਸ ਅਲੱਗ-ਅਲੱਗ ਹੋ ਗਏ। ਗੁਰੂ ਤੇਗ ਬਹਾਦਰ ਜੀ ਦੀ ਇਹ ਸ਼ਹਾਦਤ ਸੰਸਾਰ ਵਿੱਚ ਪਹਿਲਾਂ ਕਿਧਰੇ ਨਹੀਂ ਸੀ ਸੁਣੀ। ਇੰਨੇ ਜ਼ੁਲਮ, ਇੰਨੇ ਤਸੀਹੇ ਦੇ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਔਰ ਇਸ ਤਰ੍ਹਾਂ ਹੀ ਉਹਨਾਂ ਦੇ ਦਾਦੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਵੀ ਲਾਹੌਰ ਵਿੱਚ ਦੇਗ ਵਿੱਚ ਉਬਾਲ ਕੇ ਸ਼ਹੀਦ ਕੀਤਾ ਗਿਆ ਸੀ। ਜਿਸ ਪੂਰਨੇ ਤੇ ਗੁਰੂ ਅਰਜਨ ਸਾਹਿਬ ਚੱਲਦੇ ਸਨ, ਉਹਨਾਂ ਹੀ ਪੂਰਨਿਆਂ ਤੇ ਗੁਰੂ ਤੇਗ ਬਹਾਦਰ ਜੀ ਚੱਲੇ। ਆਪਣਾ ਸਿਦਕ, ਆਪਣਾ ਸਿਰ ਉਹਨਾਂ ਨੇ ਨਹੀਂ ਛੱਡਿਆ। ਬੇਸ਼ੱਕ ਉਹਨਾਂ ਨੂੰ ਆਪਣੀ ਜਾਨ ਗਵਾਣੀ ਪਈ, ਉਹਨਾਂ ਨੂੰ ਆਪਣਾ ਸਿਰ ਧੜ ਨਾਲ ਵੱਖ ਕਰਾਉਣਾ ਪਿਆ, ਪਰ ਉਹ ਰੱਬੀ ਰਜ਼ਾ ਦੇ ਵਿੱਚ, ਪਰਮਾਤਮਾ ਦੇ ਹੁਕਮ ਦੇ ਵਿੱਚ ਵਿਚਰਦੇ ਹੋਏ ਹੀ ਇਸ ਸੰਸਾਰ ਤੋਂ ਗਏ। ਸ਼ਹੀਦੀ ਤੋਂ ਬਾਅਦ ਸਾਰੇ ਬੰਨੇ ਹਾਹਾਕਾਰ ਮਚ ਗਈ। ਕੁਝ ਦਿੱਲੀ ਦੇ ਤਮਾਸ਼ਬੀਨ ਲੋਕ ਤਮਾਸ਼ਾ ਦੇਖਣ ਲਈ ਇਕੱਠੇ ਹੋਏ ਸਨ ਤੇ ਕੁਝ ਬਹੁਤ ਸਾਰੇ ਜੋ ਦਿੱਲੀ ਦੇ ਲੋਕ ਸਨ, ਕੋਈ ਸਾਰਾ ਦ੍ਰਿਸ਼ ਦੇਖ ਰਹੇ ਸਨ। ਉਹਨਾਂ ਨੇ ਕੰਨਾਂ ਵਿੱਚ ਉਂਗਲਾਂ ਲੈ ਲਈਆਂ। ਹਾਹਾਕਾਰ ਮਚ ਗਈ ਕਿ ਇਹ ਜੋ ਜ਼ੁਲਮ ਕੀਤਾ ਹੈ ਔਰੰਗਜ਼ੇਬ ਨੇ, ਉਹਨੂੰ ਇਹਦੀ ਸਜ਼ਾ ਜ਼ਰੂਰ ਮਿਲੇਗੀ, ਕਿਉਂਕਿ ਰੱਬੀ ਕਹਿਰ ਹੈ, ਇਹਨੇ ਕਹਿਰ ਢਾਇਆ ਹੈ ਔਰ ਰੱਬੀ ਕਹਿਰ ਦਾ ਇਹਨੂੰ ਡਰਨਾ ਚਾਹੀਦਾ ਸੀ, ਪਰ ਡਰਿਆ ਨਹੀਂ ਔਰ ਔਰੰਗਜ਼ੇਬ ਨੂੰ ਉਹਦੇ ਕੀਤੇ ਦੀ ਸਜ਼ਾ ਮਿਲੀ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜੋ ਸਰੀਰ ਸੀ ਉਹਨੂੰ ਸੰਭਾਲਣ ਦੀ ਸਿੱਖਾਂ ਨੇ ਵਿਉਂਤ ਬਣਾਈ ਔਰ ਉਸੇ ਹੀ ਘੜੀ ਦੇ ਵਿੱਚ ਜੋ ਸਿੱਖ ਸਨ ਉਹਨਾਂ ਨੇ ਗੁਰੂ ਤੇਗ ਬਹਾਦਰ ਦੇ ਸਰੀਰ ਨੂੰ ਸੰਭਾਲ ਕੇ, ਕਿਉਂਕਿ ਜੋ ਹਕੂਮਤ ਸੀ ਉਹਨਾਂ ਨੇ ਇਹ ਵੀ ਆਰਡਰ ਜਾਰੀ ਕੀਤਾ ਸੀ ਕਿ ਗੁਰੂ ਤੇਗ ਬਹਾਦਰ ਜੀ ਦੇ ਸਰੀਰ ਨੂੰ 4 ਟੁਕੜਿਆਂ ਵਿੱਚ ਕੱਟ ਕੇ ਦਿੱਲੀ ਦੇ 4 ਦਰਵਾਜ਼ਿਆਂ ਉੱਤੇ ਟੰਗ ਦਿੱਤਾ ਜਾਏ। ਔਰ ਸਿੱਖ ਆਪਣੇ ਗੁਰੂ ਦੇ ਸਰੀਰ ਦੀ ਬੇਅਦਬੀ ਹੁੰਦੀ ਨਹੀਂ ਸਹਾਰ ਸਕਦੇ ਸਨ। ਸਿੱਖਾਂ ਨੇ ਜੋ ਵਿਉਂਤ ਬਣਾਈ, ਗੱਡਿਆਂ ਦੇ ਵਿੱਚ ਚੂਨਾ, ਕਲੀ ਆਦਿ ਰੱਖ ਕੇ ਉਹ ਲਾਲ ਕਿਲੇ ਵਾਲੀ ਸਾਈਡ ਤੋਂ ਨਿਕਲੇ ਤੇ ਉਹਨਾਂ ਨੇ ਇਹ ਰੌਲਾ ਪਾਇਆ ਕਿ ਸ਼ਾਹੀ ਸਮਾਨ ਨੇ, ਸ਼ਾਹੀ ਰਸਦਾਂ ਜਾ ਰਹੀਆਂ ਨੇ, ਪਿੱਛੇ ਹਟ ਜਾਓ। ਉਹ ਭੀੜ ਜੋ ਸੀ ਉਹ ਉੱਥੇ ਖੜੀ ਸੀਗੀ ਔਰ 2 ਹਿੱਸਿਆਂ ਵਿੱਚੋਂ ਜੋ ਫੁਆਰਾ ਜਿੱਥੇ ਬਣਿਆ ਹੋਇਆ, ਅੱਜ 2 ਹਿੱਸਿਆਂ ਦੇ ਵਿੱਚ ਜੋ ਉਹ ਗੱਡੇ ਸਨ, ਉਹਨਾਂ ਨੇ ਇੱਕ ਅੱਗੋਂ ਤੇ ਇੱਕ ਪਿੱਛੋਂ ਦੀ ਕੱਢਣੇ ਸ਼ੁਰੂ ਕਰ ਦਿੱਤੇ। ਇਸੇ ਹਫੜਾ ਦਫੜੀ ਦੇ ਵਿੱਚ ਹੀ ਜੋ ਗੁਰੂ ਸਾਹਿਬ ਜੀ ਦਾ ਧੜ ਸੀ ਉਹ ਗੱਡੇ ਵਿੱਚ ਰੱਖ ਲਿਆ ਗਿਆ। ਜੋ ਉਹਨਾਂ ਦਾ ਸੀਸ ਸੀਗਾ ਉਹ ਬੜੇ ਸੁਰੱਖਿਅਤ ਸਹੀ ਤਰੀਕੇ ਦੇ ਨਾਲ ਭਾਈ ਉਹਦੇ ਜੀ ਤੇ ਭਾਈ
ਜੈਤਾ ਜੀ ਆਨੰਦਪੁਰ ਸਾਹਿਬ ਲੈ ਕੇ ਜਾਂਦੇ ਨੇ। ਪਰ ਉੱਥੇ ਜਾ ਕੇ ਸਾਰੇ ਗੁਰਸਿੱਖ ਦਰਸ਼ਨ ਕਰਦੇ ਨੇ, ਗੁਰੂ ਗੋਬਿੰਦ ਸਿੰਘ ਜੀ ਤੱਕਦੇ ਨੇ ਔਰ ਭਾਈ ਜੈਤਾ ਜੀ ਨੂੰ ਰੰਗਰੇਟਾ ਗੁਰੂ ਕਾ ਬੇਟਾ ਕਹਿ ਕੇ ਸਨਮਾਨਿਤ ਕਰਦੇ ਨੇ। ਪਰ ਉੱਥੇ ਸੀਸਗੰਜ ਸਾਹਿਬ ਗੁਰਦੁਆਰਾ ਬਣਿਆ ਹੋਇਆ, ਜਿੱਥੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸੀਸ ਦਾ ਅੰਤਿਮ ਸੰਸਕਾਰ ਕੀਤਾ ਸੀ। ਔਰ ਜੋ ਗੁਰੂ ਸਾਹਿਬ ਜੀ ਦਾ ਧੜ ਸੀ, ਉਹਨੂੰ ਲੱਖੀ ਸਾਹਿਬ ਵਣਜਾਰਾ, ਉਸਦਾ ਪੁੱਤਰ ਨਿਗਾਹੀਆ, ਗੱਡੀ ਵਿੱਚ ਰੱਖ ਕੇ ਆਪਣੇ ਘਰ ਲੈ ਜਾਂਦੇ ਨੇ, ਜਿੱਥੇ ਗੁਰਦੁਆਰਾ ਰਕਾਬਗੰਜ ਸਾਹਿਬ ਬਣਿਆ ਹੋਇਆ ਹੈ। ਉੱਥੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਧੜ ਨੂੰ ਆਪਣੇ ਘਰ ਵਿੱਚ ਰੱਖ ਕੇ ਚਿਖਾ ਸਜਾ ਕੇ ਘਰ ਨੂੰ ਵੀ ਅੱਗ ਲਾ ਦਿੰਦੇ ਨੇ ਤੇ ਗੁਰੂ ਸਾਹਿਬ ਜੀ ਦੇ ਧੜ ਦਾ ਸੰਸਕਾਰ ਕਰਦੇ ਨੇ। ਇਸ ਤਰ੍ਹਾਂ ਉਹ ਮਹਾਨ ਗੁਰਸਿੱਖ ਪਿਆਰੇ, ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦੇ ਸਰੀਰ ਤੇ ਬੇਅਦਬੀ ਨਹੀਂ ਹੋਣ ਦਿੱਤੀ, ਉਸ ਜ਼ੁਲਮ ਵਾਲੀ ਹਕੂਮਤ ਦੇ ਰਾਜ ਵਿੱਚ ਗੁਰੂ ਸਾਹਿਬ ਜੀ ਦਾ ਸੀਸ ਤੇ ਧੜ ਸੁਰੱਖਿਅਤ ਲੈ ਕੇ ਉਹਨਾਂ ਦਾ ਬੜੇ ਅਦਬ, ਮਾਣ ਤੇ ਸਤਿਕਾਰ ਦੇ ਨਾਲ ਮਾਨ ਸਹਿਤ ਅੰਤਿਮ ਸੰਸਕਾਰ ਕੀਤਾ। ਸੋ ਗੁਰੂ ਪਿਆਰੀ ਸਾਧ ਸੰਗਤ ਜੀਓ, ਇਸ ਦੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ। ਪਰ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤੋਂ ਬਾਅਦ ਜੋ ਪ੍ਰਭਾਵ ਪਏ ਉਹ ਬੜੇ ਮਾਇਨੇ ਰੱਖਦੇ ਨੇ। ਸਾਰੇ ਬੰਨੇ ਔਰੰਗਜ਼ੇਬ ਦੇ ਹੋਏ ਜ਼ੁਲਮ ਦੀ ਜੋ ਉਹ ਚਰਚਾ ਛਿੜੀ, ਲੋਕ ਸੰਗਠਿਤ ਹੋਣੇ ਸ਼ੁਰੂ ਹੋਏ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਖਾਲਸੇ ਨੂੰ ਇੱਕ ਕਰਨ ਵਾਸਤੇ, ਉਹਨਾਂ ਵਿੱਚ ਹਿੰਮਤ ਭਰਨ ਵਾਸਤੇ ਉਹਨਾਂ ਨੂੰ ਖਾਲਸਾ ਬਣਾਇਆ, ਉਹਨਾਂ ਨੂੰ ਖੰਡੇ ਦੀ ਪਹੁਲ ਦਿੱਤੀ, ਉਹਨਾਂ ਵਿੱਚ ਬਰਾਬਰਤਾ, ਭਾਈਵਾਲਤਾ ਭਰੀ ਤੇ ਉਹਨਾਂ ਦੇ ਰਾਹੀਂ ਗੁਰੂ ਸਾਹਿਬ ਜੀ ਨੇ 14 ਤੋਂ ਵੀ ਉੱਪਰ ਜੰਗਾਂ ਲੜੀਆਂ, ਹਰ ਜੰਗ ਵਿੱਚ ਜਿੱਤ ਪ੍ਰਾਪਤ ਕੀਤੀ। ਬੇਸ਼ੱਕ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਵਿੱਚੋਂ ਸਾਰੇ ਜੀ ਸ਼ਹੀਦ ਹੋ ਗਏ, ਪਰ ਉਹਨਾਂ ਦੀ ਇਹ ਹਿੰਮਤ, ਗੁਰੂ ਤੇਗ ਬਹਾਦਰ ਜੀ ਦੇ ਪਾਏ ਹੋਏ ਇਹ ਪੂਰ ਨੇ, ਉਹ ਉਹਨਾਂ ਦੇ ਹਰ ਸਮੇਂ ਰਹਿਨੁਮਾਈ ਕਰ ਰਹੇ ਸੀ। ਤੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਥਾਪੇ ਹੋਏ ਬੰਦਾ ਸਿੰਘ ਬਹਾਦਰ ਨੇ ਖੰਡਾ ਖੜਕਾ ਕੇ ਪਹਿਲੀ ਵਾਰੀ ਸਿੱਖ ਰਾਜ ਸਥਾਪਿਤ ਕੀਤਾ। ਗੁਰੂ ਤੇਗ ਬਹਾਦਰ ਜੀ ਮੁਗਲਾਂ ਦੀਆਂ ਜੜ੍ਹਾਂ ਖੋਖਲੀਆਂ ਕਰ ਗਏ ਸਨ, ਉਹਨਾਂ ਦੇ ਮਹਿਲ ਦੀਆਂ ਨੀਹਾਂ ਹਿੱਲ ਗਈਆਂ ਸਨ ਤੇ ਹੁਣ ਉਹ ਸਮਾਂ ਆ ਗਿਆ ਸੀਗਾ ਕਿ ਜਦੋਂ ਬੰਦਾ ਸਿੰਘ ਬਹਾਦਰ ਨੇ ਸਿੱਖ ਰਾਜ ਸਥਾਪਿਤ ਕੀਤਾ। ਔਰ ਬੰਦਾ ਸਿੰਘ ਬਹਾਦਰ ਤੋਂ ਬਾਅਦ ਫਿਰ ਮਿਸਲਾਂ ਦਾ ਰਾਜ ਸਥਾਪਿਤ ਹੋਇਆ ਤੇ ਫਿਰ ਉਹ ਦਿਨ ਵੀ ਆਇਆ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਪੂਰੇ ਪੰਜਾਬ ਦੇ ਵਿੱਚ, ਉੱਤਰੀ ਭਾਰਤ ਦੇ ਵਿੱਚ ਸਿੱਖਾਂ ਦਾ ਆਪਣਾ ਰਾਜ ਸਥਾਪਿਤ ਕਰਕੇ 50 ਸਾਲ ਰਾਜ ਕੀਤਾ। ਸੋ ਇੱਥੋਂ ਇਹ ਸਮਝਣ ਵਾਲੀ ਗੱਲ ਹੈ ਕਿ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਜੋ ਬਲੀਦਾਨ ਸੀ, ਜੋ ਉਹਨਾਂ ਨੇ ਮਨੁੱਖਤਾ ਦੇ ਲਈ, ਪੂਰੀ ਸ੍ਰਿਸ਼ਟੀ ਦੇ ਲਈ ਜੋ ਕੁਰਬਾਨੀ ਦਿੱਤੀ ਸੀ, ਉਹ ਵਿਅਰਥ ਨਹੀਂ ਗਈ, ਉਹ ਪ੍ਰਫੁੱਲਿਤ ਹੋਈ, ਉਹ ਇੰਨੀ ਵਧੀ ਫੁੱਲੀ ਕਿ ਉਹਨਾਂ ਨੂੰ ਮਾਣ ਤੇ ਸਨਮਾਨ ਮਿਲਿਆ। ਸਿੱਖਾਂ ਨੇ ਅਣਖ ਦੇ ਨਾਲ ਜੋ ਜੀਣਾ ਹੈ ਉਹ ਸ਼ੁਰੂ ਕੀਤਾ, ਪਰ ਉਹਨਾਂ ਦੀ ਇਹ ਅਣਖ ਹੀ ਸੀਗੀ ਕਿ ਪੂਰਾ ਪੰਜਾਬ ਮੁਗਲਾਂ ਦੇ ਰਾਜ ਤੋਂ ਮੁਕਤ ਹੋਇਆ। ਪੂਰੇ ਹਿੰਦੁਸਤਾਨ ਦੇ ਵਿੱਚੋਂ ਅੱਜ ਮੁਗਲਾਂ ਦਾ ਨਾਮ ਲੈਣ ਵਾਲਾ ਕੋਈ ਨਹੀਂ ਹੈ, ਪਰ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜੋ ਯਾਦ ਵਿੱਚ ਦਿੱਲੀ 'ਚ 2 ਗੁਰਦੁਆਰੇ ਸਥਾਪਿਤ ਨੇ, ਉੱਥੇ ਅੱਜ ਵੀ ਗੁਰੂ ਤੇਗ ਬਹਾਦਰ ਜੀ ਦੇ ਜਸ਼ ਤੇ ਬਲ ਤੇ ਉਹਨਾਂ ਦੀ ਸੋਭਾ ਗਾਈ ਜਾਂਦੀ ਹੈ। ਦੁਨੀਆ ਭਰ ਤੋਂ ਲੋਕ ਆ ਕੇ ਨਤਮਸਤਕ ਹੁੰਦੇ ਨੇ, ਮੱਥਾ ਟੇਕਦੇ ਨੇ। ਤੇ ਗੁਰੂ ਤੇਗ ਬਹਾਦਰ ਜੀ ਦੇ ਉਹਨਾਂ ਸਮਿਆਂ ਵਿੱਚੋਂ ਜਦੋਂ ਅਜੇ ਧਰਮ ਨਿਰਪੇਖਤਾ ਦੀ ਗੱਲ ਵੀ ਨਹੀਂ ਸੀ, ਜਦੋਂ ਅਜੇ ਮਨੁੱਖੀ ਅਧਿਕਾਰਾਂ ਦੀ ਵੀ ਗੱਲ ਨਹੀਂ ਸੀ,
ਉਦੋਂ ਗੁਰੂ ਤੇਗ ਬਹਾਦਰ ਜੀ ਨੇ ਸੈਕਰੀਫਾਈ ਕੀਤਾ, ਉਦੋਂ ਗੁਰੂ ਤੇਗ ਬਹਾਦਰ ਜੀ ਨੇ ਧਰਮਾਂ ਦੀ ਆਜ਼ਾਦੀ ਦੇ ਲਈ ਇਹ ਜੰਗ ਲੜੀ ਤੇ ਆਪਣੀ ਜਾਨ ਦੀ ਆਹੁਤੀ ਦੇ ਦਿੱਤੀ। ਗੁਰੂ ਤੇਗ ਬਹਾਦਰ ਜੀ ਖਾਲੀ ਸਿੱਖਾਂ ਦੇ ਨਹੀਂ, ਖਾਲੀ ਹਿੰਦੂਆਂ ਦੇ ਨਹੀਂ, ਮੈਂ ਤੇ ਕਹਾਂਗਾ ਕਿ ਸਮੁੱਚੀ ਸ੍ਰਿਸ਼ਟੀ ਦੇ, ਸਮੁੱਚੀ ਸ੍ਰਿਸ਼ਟੀ, ਸਮੁੱਚੀ ਮਾਨਵ ਜਾਤੀ ਦੇ ਲਈ ਉਹਨਾਂ ਨੇ ਸੈਕਰੀਫਾਈ ਕੀਤਾ, ਉਹਨਾਂ ਨੇ ਆਪਣਾ ਬਲੀਦਾਨ ਦਿੱਤਾ, ਆਪਣੀ ਸ਼ਹੀਦੀ ਦਿੱਤੀ। ਧੰਨ ਸਨ ਗੁਰੂ ਤੇਗ ਬਹਾਦਰ ਜੀ ਤੇ ਧੰਨ ਹੀ ਉਹਨਾਂ ਦੇ ਸਿੱਖ ਜਿਨ੍ਹਾਂ ਨੇ ਆਪਣੇ ਗੁਰੂ ਦਾ ਪੂਰਾ ਮਾਣ ਸਤਿਕਾਰ ਕੀਤਾ, ਉਹਨਾਂ ਦੀ ਸਰੀਰ ਨੂੰ ਬੇਅਦਬੀ ਨਹੀਂ ਹੋਣ ਦਿੱਤੀ ਔਰ ਗੁਰੂ ਦੀ ਅਗਵਾਈ ਦੇ ਵਿੱਚ ਉਹ ਸੰਗਠਿਤ ਹੋਏ ਤੇ ਉਹਨਾਂ ਨੇ ਇਸ ਜ਼ਾਲਮ ਹਕੂਮਤ ਤੋਂ ਪੂਰੇ ਹਿੰਦੁਸਤਾਨ ਨੂੰ ਆਜ਼ਾਦੀ ਦਿਲਾਈ। ਸੋ ਗੁਰੂ ਪਿਆਰੀ ਸਾਧ ਸੰਗਤ ਜੀਓ, ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜੀਵਨ ਸਿੱਖਿਆਦਾਇਕ ਹੈ, ਉਹਨਾਂ ਦੀ ਸ਼ਹੀਦੀ ਸਾਡੇ ਵਾਸਤੇ ਪੂਰਨ ਹੈ। ਉਹਨਾਂ ਪੂਰਨਿਆਂ ਤੇ ਚੱਲ ਕੇ ਅਸੀਂ ਵੀ ਗੁਰੂ ਦੀਆਂ ਖੁਸ਼ੀਆਂ ਲੈਣੀਆਂ ਨੇ, ਅਸੀਂ ਵੀ ਧਰਮਾਂ ਦੀ ਆਜ਼ਾਦੀ ਦੀ ਗੱਲ ਕਰਨੀ ਹੈ, ਅਸੀਂ ਵੀ ਮਨੁੱਖਤਾ ਲਈ, ਭਾਈਚਾਰੇ ਦੀ ਸੇਵਾ ਦੇ ਲਈ ਹਮੇਸ਼ਾ ਉਦਮ ਕਰਨਾ ਹੈ। ਸੋ ਇਸ ਦੇ ਨਾਲ ਹੀ ਮੇਰੇ ਲੈਕਚਰ ਦੀ ਸਮਾਪਤੀ ਹੈ। ਬੋਲਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਨੇ, ਗੁਰੂ ਅਤੇ ਗੁਰੂ ਦੀ ਸੰਗਤ ਬਖਸ਼ਣ ਜੋਗ ਹੈ, ਬਖਸ਼ ਲੈਣਾ ਜੀ। ਅਖੀਰ ਵਿੱਚ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।